ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕ ਸੇ ਤੁਹਾਡਾ ਸਵਾਗਤ ਹੈ। ਮੈਂ ਸੰਦੀਪ ਸਿੰਘ ਲੈ ਕੇ ਹਾਜ਼ਰ ਹਾਂ। ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ ਅਧਿਆਇ, ਜਿਸ ਦਾ ਨਾਮ ਹੈ ਨया ਪੈਸਾ। ਨया ਪੈਸਾ ਭਾਰਤ ਦੀ ਆਧੁਨਿਕ ਰੂਪ ਰੇਖਾ ਦਾ ਇੱਕ ਸਰਵ ਗਿਆਤ ਚਿੰਨ੍ਹ ਹੈ। ਜਿਸ ਵੇਲੇ ਸਾਡੇ ਦੇਸ਼ ਦੇ ਪ੍ਰਚਲਿਤ ਸਿੱਕੇ ਨੂੰ ਦਸ਼ਮਿਕ ਪੱਧਤੀ ਅਨੁਸਾਰ ਢਾਲਣ ਅਤੇ ਨਿਰਮਿਤ ਕਰਨ ਲਈ ਲੋਕ ਸਭਾ ਵਿੱਚ ਕਾਨੂੰਨ ਬਣਨ ਲੱਗਾ, ਤਾਂ ਲੋਕ ਸਭਾ ਦੇ ਅੰਦਰ ਵੀ ਅਤੇ ਬਾਹਰ ਦੋਹਾਂ ਹਲਕਿਆਂ ਵਿੱਚ ਇਹ ਕਿੰਤੂ ਕੀਤਾ ਗਿਆ ਕਿ ਸਾਡੇ ਦੇਸ਼ ਦੇ ਨਵੇਂ ਸਿੱਕੇ ਦੀ ਇਕਾਈ ਦਾ ਨਾਮ ਪੈਸਾ ਨਹੀਂ ਹੋਣਾ ਚਾਹੀਦਾ, ਕਿਉਂ ਜੋ ਪੈਸਾ ਪੁਰਤਗਾਲੀ ਵਿਦੇਸ਼ੀ ਭਾਸ਼ਾ ਦਾ ਸ਼ਬਦ ਹੈ ਪੇਸੋ, ਜੋ ਕਿ 15ਵੀਂ ਸ਼ਤਾਬਦੀ ਮਸੀਹ ਵਿੱਚ ਪੁਰਤਗਾਲੀਆਂ ਦੇ ਸਮੁੰਦਰ ਰਾਹੀਂ ਸਾਡੇ ਦੇਸ਼ ਕਾਲੀਕਟ ਨਾਮੀ ਬੰਦਰਗਾਹ ਉੱਤੇ ਪੁੱਜਣ ਨਾਲ ਭਾਰਤੀ ਆਧੁਨਿਕ ਬੋਲੀਆਂ ਵਿੱਚ ਦਾਖਲ ਤੇ ਪ੍ਰਚਲਿਤ ਹੋਇਆ, ਅਤੇ ਇਸ ਲਈ ਇਹ ਸ਼ਬਦ ਸਾਡੀ ਯੂਰਪੀਅਨ ਜਾਤੀਆਂ ਹੇਠ ਰਾਜਸੀ ਅਤੇ ਆਤਮਿਕ ਪਰਾਧੀਨਤਾ ਦੀ ਸਮ੍ਰਿਤੀ ਕਰਵਾਉਂਦਾ ਹੈ। ਕਿਹਾ ਗਿਆ ਹੈ ਕਿ ਮੁਸਲਮਾਨਾਂ ਤੇ ਯੂਰਪੀਅਨ ਵਿਦੇਸ਼ੀਆਂ ਦੀ ਸਾਡੇ ਦੇਸ਼ ਵਿੱਚ ਆਮਦ ਤੋਂ ਪਹਿਲਾਂ ਜੋ ਸਿੱਕੇ ਭਾਰਤ ਵਿੱਚ ਰਾਇਜ ਤੇ ਪ੍ਰਚਲਿਤ ਸਨ, ਉਹਨਾਂ ਦੇ ਉਹ ਪੁਰਾਣੇ ਨਾਮ ਸਾਡੇ ਦੇਸ਼ ਦੀ ਨਵੀਂ ਦਿਸ਼ਮਿਕ ਪੱਧਤੀ ਦੇ ਸਿੱਕਿਆਂ ਰਾਹੀਂ ਪੁਨਰ ਜੀਵਿਤ ਕੀਤੇ ਜਾਣ, ਜਿਸ ਨਾਲ ਕਿ ਸਾਡਾ ਆਤਮਿਕ ਗੌਰਵ ਵਧੇ, ਜਿਸ ਲਈ ਕਿ ਸ਼ਬਦ ਪੈਸਾ ਬਾਧਕ ਹੈ। ਬੌਧਾਂ ਦੇ ਮਹਾਨ ਪਾਲੀ ਧਰਮ ਗ੍ਰੰਥ ਟਿਪਿਟਕ ਦੇ 3 ਭਾਗ ਹਨ: ਵਿਨਯ ਪਿਟਕ, ਸੂਤ ਪਿਟਕ ਅਤੇ ਅਭਿਧਮ ਪਿਟਕ। ਸੂਤ ਪਿਟਕ, ਜਿਸ ਵਿੱਚ ਕਿ ਗੌਤਮ ਬੁੱਧ ਦੇ ਉਪਦੇਸ਼ ਵਖਿਆਨ ਅੰਕਿਤ ਹਨ, ਵਿੱਚ ਹੀ ਜਾਤਕਾਂ ਗੌਤਮ ਬੁੱਧ ਦੇ ਬੀਤ ਚੁੱਕੇ ਜਨਮਾਂ ਬਾਰੇ ਕਹਾਣੀਆਂ ਸੰਮਿਲਿਤ ਹਨ, ਜੋ ਕਿ ਸੰਸਾਰ ਭਰ ਦੇ ਸਾਹਿਤ ਤੇ ਲੋਕ ਕਲਾ ਦੀਆਂ ਕਹਾਣੀਆਂ ਦਾ ਸੋਮਾ ਮੰਨੀਆਂ ਜਾਂਦੀਆਂ ਹਨ, ਅਤੇ ਜਿਨ੍ਹਾਂ ਨਾਲੋਂ ਪੁਰਾਣੀਆਂ ਕਹਾਣੀਆਂ ਸੰਸਾਰ ਭਰ ਦੇ ਸਾਹਿਤ ਸਮ੍ਰਿਤੀ ਵਿੱਚ ਨਹੀਂ ਹਨ। ਇਹਨਾਂ ਜਾਚਕਾਂ ਦੀ ਆਯੂ 3000 ਵਰੇ ਨਾਲੋਂ ਕਿਵੇਂ ਵੀ ਘੱਟ ਨਹੀਂ, ਬਹੁਤੀ ਭਾਵੇਂ ਹੋਵੇ। ਇਹਨਾਂ ਵਿੱਚ ਇੱਕ ਪ੍ਰਸਿੱਧ ਜਾਤਕ ਹੈ ਮਹਾਸੂਪਨੀਤਾ ਜਾਤਕ 77। ਇਸ ਕਹਾਣੀ ਵਿੱਚ ਕੌਸ਼ਲ ਦੇਸ਼ ਦੇ ਰਾਜੇ ਨੂੰ ਇੱਕ ਰਾਤ 16 ਬੜੇ ਵਚਿੱਤਰ ਸੁਪਨੇ ਆਉਂਦੇ ਹਨ, ਜਿਨ੍ਹਾਂ ਦਾ ਕਿ ਅੰਤਰੀ ਭਾਵ ਗੌਤਮ ਆਪਣੇ ਕਿਸੇ ਪਿਛਲੇ ਜਨਮ ਦੇ ਵਿੱਚ, ਜਦੋਂ ਉਹ ਅਜੇ ਬੋਧੀ ਮਤ ਦੀ ਪਦਵੀ ਉੱਤੇ ਹੀ ਸੀ ਅਤੇ ਬੁੱਧ ਪਦਵੀ ਨੂੰ ਪ੍ਰਾਪਤ ਨਹੀਂ ਸੀ ਹੋਇਆ, ਰਾਜੇ ਨੂੰ ਖੋਲ ਕੇ ਸੁਣਾਉਂਦਾ ਹੈ। ਉਸ ਜਾਤਕ ਵਿੱਚ ਬੋਧੀ ਸੱਤ ਇੱਕ ਸੁਪਨੇ ਦਾ ਅੰਤਰੀ ਭਾਵ ਖੋਲਦਾ ਹੋਇਆ ਕਹਿੰਦਾ ਹੈ ਕਿ ਅਜਿਹਾ ਸਮਾਂ ਆਉਣ ਵਾਲਾ ਹੈ ਜਦੋਂ ਕਿ ਮਲੀਨ ਬੁੱਧ ਭਿਕਸ਼ੂ ਲੋਭਗ੍ਰਸਤ ਹੋ ਕੇ ਧਨ ਲਈ ਧਰਮ ਵੇਚਣਗੇ। ਹਾਂ, ਉਹ ਇਤਨੇ ਗਿਰ ਜਾਣਗੇ ਕਿ ਧਰਮ ਨੂੰ ਸੜਕਾਂ ਉੱਤੇ ਖੜੇ ਹੋ ਕੇ ਕਾਹ ਪਾਣ, ਅੱਧ ਕਾਹ ਪਾਣ ਤੇ ਮਾਸਕ ਵੱਟੇ ਵੇਚਣਗੇ। ਸੋ ਅੱਜ ਤੋਂ 25 ਕੁ ਸਾਲ ਪਹਿਲਾਂ ਸਾਡੇ ਦੇਸ਼ ਵਿੱਚ ਜੋ ਸਿੱਕੇ ਪ੍ਰਚਲਿਤ ਸਨ, ਉਹਨਾਂ ਦੇ ਨਾਮ ਸਨ ਕਾਹ ਪਾਣ, ਅੱਧ ਕਾਹ ਪਾਣ ਤੇ ਮਾਸਕ। ਮਾਸਕ ਇੱਕ ਮਾਸ਼ੇ ਤੋਲ ਦਾ ਕੋਈ ਪੈਸੇ ਵਰਗਾ ਇੱਕ ਛੋਟਾ ਜਿਹਾ ਸਿੱਕਾ ਉਦੋਂ ਹੋਵੇਗਾ, ਅਤੇ ਕੁਝ ਇਹੋ ਜਿਹਾ ਨਾਮ ਹੀ ਕੁਝ ਲੋਕ ਨਵੇਂ ਪੈਸੇ ਨੂੰ ਦੇਣਾ ਚਾਹੁੰਦੇ ਸਨ, ਜੋ ਕਿ ਲੋਕ ਸਭਾ ਨੇ ਪ੍ਰਵਾਨ ਨਾ ਕੀਤਾ, ਅਤੇ ਪੈਸਾ ਨਾਮ ਹੀ ਕਾਇਮ ਰੱਖਿਆ। ਸਾਡੀ ਲੋਕ ਸਭਾ ਦਾ ਫੈਸਲਾ ਬੜੀ ਦੀਰਘ ਦ੍ਰਿਸ਼ਟੀ ਦਾ ਸੂਚਕ ਹੈ ਅਤੇ ਬਹੁਤ ਟੁਕਵਾਂ ਤੇ ਸੁਚੱਜਾ ਹੈ। ਜਿਸ ਲੋਕਤੰਤਰੀ ਗਣਰਾਜ ਸਾਡੇ ਦੇਸ਼ ਵਾਸੀਆਂ ਨੇ ਆਪਣੀ ਲੋਕ ਸਭਾ ਦੁਆਰਾ ਹੁਣ ਭਾਰਤ ਵਿੱਚ ਨਿਰਮਿਤ ਕੀਤਾ ਹੈ, ਇਹ ਆਪਣੀ ਬੁਨਿਆਦੀ ਰੂਪਰੇਖਾ ਵਿੱਚ ਇੱਕ ਆਧੁਨਿਕ ਰਾਜ ਸ਼ਾਸਨ ਹੈ। ਪ੍ਰਾਚੀਨ ਸਮਿਆਂ ਵਿੱਚ ਵੀ ਭਾਰਤ ਵਿੱਚ ਪੰਚਾਇਤੀ ਸੰਸਥਾਵਾਂ ਨੂੰ ਕਈ ਪ੍ਰਕਾਰ ਦੇ ਰਾਜ ਅਧਿਕਾਰ ਪ੍ਰਾਪਤ ਸਨ, ਪਰ ਸਾਡੀ ਅੱਜ ਦੀ ਰਿਪਬਲਿਕ ਨੂੰ ਉਹਨਾਂ ਪੰਚਾਇਤੀ ਸੰਸਥਾਵਾਂ ਦਾ ਹੀ ਪੁਨਰ ਜਾਗਰਿਤ ਰੂਪ ਸਮਝਣਾ ਵੱਡੀ ਭੁੱਲ ਹੋਵੇਗੀ, ਕਿਉਂ ਜੋ ਇਸ ਰਿਪਬਲਿਕ ਦਾ ਢਾਂਚਾ ਅਤੇ ਉਤੇਜਨਾ ਯੂਰਪੀਅਨ ਦੇਸ਼ਾਂ ਅਤੇ ਜਾਤੀਆਂ ਦੀ ਪਿਛਲੇ 400-500 ਵਰ੍ਹਿਆਂ ਦੀ ਤਾਰੀਖ ਤੇ ਪਰੰਪਰਾ ਤੋਂ ਮੰਗ ਵੀ ਲਈ ਗਈ ਹੈ। ਜਿਵੇਂ ਕਿ ਉਚਿਤ ਸੀ, ਪਿਛਲੇ 500-400 ਵਰ੍ਹਿਆਂ ਵਿੱਚ ਜੋ ਪ੍ਰਭਾਵ ਭਾਰਤ ਦੀ ਤਾਰੀਖ ਅਤੇ ਆਤਮਾ ਉੱਤੇ ਯੂਰਪੀਅਨ ਦੇਸ਼ਾਂ ਤੇ ਜਾਤੀਆਂ ਨੇ ਪਾਏ ਹਨ, ਉਹਨਾਂ ਨੂੰ ਭੁੱਲਣਾ ਜਾਂ ਅੱਖੋਂ ਓਲੇ ਕਰਨ ਦਾ ਯਤਨ ਜਾਂ ਸੰਕਲਪ ਕਰਨਾ ਭਾਰਤੀ ਪਿਛਾਂ ਖਿਚੂ ਤੇ ਟਾਹੂ ਰੁਚੀ ਸਾਬਤ ਹੁੰਦੀ ਹੈ, ਜਿਸ ਨਾਲ ਦੇਸ਼ ਦੇ ਮੁੜ ਪਰਤੰਤਰ ਹੋਣ ਦਾ ਡਰ ਹੈ। ਜੋ ਕੁਝ ਵਾਪਰ ਅਤੇ ਬੀਤ ਚੁੱਕਾ ਹੈ, ਉਸ ਨੂੰ ਮੇਸਣਾ ਅਸੰਭਵ ਹੈ।
ਅਤੇ ਭੁੱਲਣਾ ਬੜੀ ਭਾਰੀ ਭੁੱਲ। ਜੋ ਕੁਝ ਵਾਪਰ ਤੇ ਬੀਤ ਗਿਆ ਹੈ ਉਸ ਵੱਲੋਂ ਅੱਖਾਂ ਮੂੰਦੜੀਆਂ ਮ੍ਰਿਤੂ ਵੱਤ ਹੋਣ ਦੇ ਤੁੱਲ ਹੈ। ਸਾਡੇ ਦੇਸ਼ ਦਾ ਆਧੁਨਿਕ ਕਾਲ ਜਿਵੇਂ ਕਿ ਬਾਕੀਆਂ ਦੇ ਏਸ਼ੀਆਈ ਦੇਸ਼ਾਂ ਦਾ ਉਸ ਵੇਲੇ ਆਰੰਭ ਹੁੰਦਾ ਹੈ ਜਦੋਂ ਕਿ ਅੱਜ ਤੋਂ 400-500 ਸਾਲ ਪਹਿਲਾਂ ਯੂਰਪੀਅਨ ਜਾਤੀਆਂ ਨੇ ਸਾਡੇ ਦੇਸ਼ ਨਾਲ ਸਮੁੰਦਰੀ ਆਵਾਜਾਈ ਦਾ ਰਾਹ ਖੋਲ੍ਹ ਦਿੱਤਾ। ਬਸ ਉਹ ਸਮਾਂ ਸਾਡੇ ਮੱਧਿਆ ਕਾਲ ਦੇ ਅੰਤ ਹੋਣ ਦਾ ਅਤੇ ਆਧੁਨਿਕ ਕਾਲ ਦੇ ਆਰੰਭ ਦਾ। ਯੂਰਪੀਅਨ ਦੇਸ਼ਾਂ ਤੇ ਜਾਤੀਆਂ ਦੇ ਮੱਧਿਆ ਕਾਲ ਦੇ ਅੰਤ ਅਤੇ ਆਧੁਨਿਕ ਕਾਲ ਦੇ ਆਰੰਭ ਨੂੰ ਹੋਰ ਕਿਵੇਂ ਪਰਖੀਦਾ, ਜਿਸ ਬਹਿਸ ਵਿੱਚ ਕਿ ਇੱਥੇ ਪੈਣਾ ਜ਼ਰੂਰੀ ਨਹੀਂ। ਪੁਰਤਗਾਲ ਦੇਸ਼ ਦਾ ਮਹਾਜਹਾਜ਼ੀ ਵਾਸਕੋ ਡੀ ਗਾਮਾ 1460 ਤੋਂ 1524 20 ਮਈ ਸਨ 1498 ਨੂੰ ਕਾਲੀਕਟ ਦੀ ਬੰਦਰਗਾਹ ਉੱਤੇ ਸਮੁੰਦਰੀ ਜਹਾਜ਼ ਰਾਹੀਂ ਪੁੱਜਾ ਅਤੇ ਉਸੇ ਦਿਨ ਉਸਨੇ ਭਾਰਤੀ ਧਰਤੀ ਉੱਤੇ ਇੱਕ ਸੰਗਮਰਮਰ ਦਾ ਸਤੰਭ ਗੜ ਦਿੱਤਾ, ਜਿਸ ਦਾ ਭਾਵ ਇਹ ਸੀ ਕਿ ਪੁਰਤਗਾਲ ਦੇਸ਼ ਨੇ ਭਾਰਤ ਦੇਸ਼ ਨੂੰ ਲੱਭ ਲਿਆ ਹੈ ਤੇ ਪਰਾਜੈ ਕਰ ਲਿਆ ਹੈ। ਬਸ ਇਹੋ ਸਮਾਂ ਭਾਰਤ ਵਿੱਚ ਆਧੁਨਿਕ ਕਾਲ ਦੇ ਆਰੰਭ ਹੋਣ ਦਾ ਹੈ, ਜਿਸ ਆਧੁਨਿਕ ਕਾਲ ਦੀ ਉਪਜ ਸਾਡੀ ਰਿਪਬਲਿਕ ਦਾ ਰਾਜ ਸ਼ਾਸਨ ਹੈ ਤੇ ਜਿਸ ਆਧੁਨਿਕ ਕਾਲ ਦਾ ਸੂਚਕ ਸ਼ਬਦ ਪੈਸਾ ਹੈ, ਜੋ ਕਿ ਪੁਰਤਗਾਲੀ ਬੋਲੀ ਦੇ ਵਿੱਚੋਂ ਆ ਕੇ ਸਾਡੇ ਦੇਸ਼ ਦੀਆਂ ਸਭ ਪ੍ਰਚਲਿਤ ਬੋਲੀਆਂ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਹ ਪੈਸਾ ਹੀ ਇੱਕ ਪੁਰਤਗਾਲੀ ਸ਼ਬਦ ਨਹੀਂ ਜੋ ਕਿ ਆਧੁਨਿਕ ਕਾਲ ਵਿੱਚ ਪੰਜਾਬੀ ਭਾਸ਼ਾ ਵਿੱਚ ਪ੍ਰਵੇਸ਼ ਕਰ ਗਿਆ ਹੈ। ਹੋਰ ਵੀ ਅਨੇਕ ਅਜਿਹੇ ਸ਼ਬਦ ਪੁਰਤਗਾਲੀ ਵਿੱਚੋਂ ਆ ਕੇ ਪੰਜਾਬੀ ਵਿੱਚ ਪ੍ਰਵੇਸ਼ ਕਰ ਚੁੱਕੇ ਹਨ ਅਤੇ ਇਉਂ ਰਚ ਵਿੱਚ ਗਏ ਹਨ ਕਿ ਪਛਾਣੇ ਨਹੀਂ ਜਾਂਦੇ, ਜਿਹਾ ਕਿ ਅਲਮਾਰੀ, ਅਚਾਰ, ਇਸਬਾਤ, ਸੰਤਰਾ, ਸਾਗੂ, ਕਮਰਾ, ਕਪਤਾਨ, ਕਾਫੀ, ਕਿਰਚ, ਗਮਲਾ, ਗਾਰਦ, ਗਿਰਜਾ, ਗੋਭੀ, ਚਾਬੀ, ਤੋਲੀਆ, ਤਮਾਕੂ, ਨੀਲਾਮ, ਪਰਾਤ, ਪ੍ਰੇਗ, ਪਿਸਤੌਲ, ਪੀਪਾ, ਫਰਮ, ਫਲਾਨੀ, ਫਾਲਤੂ, ਫੀਤਾ, ਬਾਲਟੀ, ਬਿਸਕੁਟ, ਬੋਤਲ, ਮਿਸਤਰੀ, ਮੋਜ਼, ਰਸੀਦ ਆਦਿ। ਜਿਵੇਂ ਇਹਨਾਂ ਸ਼ਬਦਾਂ ਨੂੰ ਪੰਜਾਬੀ ਵਿੱਚੋਂ ਕੱਢਣ ਦਾ ਯਤਨ ਕਰਨਾ ਪੰਜਾਬੀ ਬੋਲੀ ਨੂੰ ਘਾਤ ਕਰਨ ਦੇ ਤੁੱਲ ਹੈ, ਇਵੇਂ ਹੀ ਪੈਸਾ ਸ਼ਬਦ ਨੂੰ ਬਦਲਣਾ ਭਾਰਤ ਦੇਸ਼ ਦੀਆਂ ਬਾਕੀ ਜ਼ਬਾਨਾਂ ਨਾਲ ਅਨਿਆਏ ਸੀ ਅਤੇ ਇਸ ਦਾ ਭਾਵ ਇਹ ਵੀ ਨਿਕਲਿਆ ਸੀ ਕਿ ਅਸੀਂ ਆਧੁਨਿਕ ਕਾਲ ਦੀ ਆਤਮਾ ਵੱਲ ਜਾਣਬੁੱਝ ਕੇ ਆਪਣੀ ਪਿੱਠ ਮਰੋੜ ਰਹੇ ਹਾਂ ਅਤੇ ਇਹੋ ਜਿਹਾ ਰਵੱਈਆ ਆਤਮਘਾਤੀ ਰੁਚੀਆਂ ਦਾ ਸੂਚਕ ਹੈ। ਇਹੋ ਵਿਚਾਰਿਆਂ ਪਤਾ ਲੱਗਦਾ ਹੈ ਕਿ ਸਾਡੀ ਲੋਕ ਸਭਾ ਨੇ ਜੋ ਨਇਆ ਪੈਸਾ ਸੰਗਿਆ ਦਿਸ਼ਮਿਕ ਪੰਥ ਦੇ ਨਵੇਂ ਸਿੱਕੇ ਲਈ ਨਿਰਣੈ ਕੀਤੀ ਹੈ ਉਹ ਕਿਤਨੀ ਦੂਰ ਦਰਜਾ ਉੱਤੇ ਨਿਰਭਰ ਹੈ। ਇਹ ਵਾਸਕੋ ਡੀ ਗਾਮਾ ਕੌਣ ਸੀ ਜਿਸ ਲਈ ਭਾਰਤ ਨਾਲ ਯੂਰਪੀਅਨ ਦੇਸ਼ਾਂ ਦੀ ਸਮੁੰਦਰੀ ਆਵਾਜਾਈ ਸਥਾਪਿਤ ਹੋਈ ਅਤੇ ਇਉਂ ਸਾਡੇ ਦੇਸ਼ ਦੇ ਆਧੁਨਿਕ ਕਾਲ ਦਾ ਆਰੰਭ ਹੋਇਆ। ਅੱਜ ਜਦੋਂ ਅਸੀਂ ਆਪਣੇ ਦੇਸ਼ ਦੀ ਰਿਪਬਲਿਕ ਦੀ ਬਰਸੀ ਮਨਾ ਰਹੇ ਹਾਂ, ਇਸ ਕਥਾ ਨੂੰ ਸੁਣਨਾ ਬੜਾ ਮਨੋਰੰਜਕ ਹੋਵੇਗਾ। ਵਾਸਕੋ ਡੀ ਗਾਮਾ ਦਾ ਜਨਮ ਪੁਰਤਗਾਲ ਦੇ ਅਲਮਤੇਜ਼ੋ ਪ੍ਰਾਂਤ ਦੀ ਇੱਕ ਛੋਟੀ ਜਿਹੀ ਸਮੁੰਦਰੀ ਬੰਦਰਗਾਹ ਸੀਨੇ ਨਾਮੇ ਵਿੱਚ ਸੰਨ 1460 ਦੇ ਲਗਭਗ ਹੋਇਆ। 15ਵੀਂ ਤੇ 16ਵੀਂ ਸਦੀ ਵਿੱਚ ਪੁਰਤਗਾਲ ਦੇਸ਼ ਆਪਣੀ ਪ੍ਰਭੁਤਾ ਦੇ ਔਜ ਉੱਤੇ ਸੀ ਤੇ ਇਸ ਦੇਸ਼ ਦੇ ਜਹਾਜ਼ੀਆਂ ਨੇ ਇਹਨਾਂ ਸਦੀਆਂ ਵਿੱਚ ਸਮੁੰਦਰ ਦੀ ਹੀ ਕੁੱਤੋਂ ਦੀ ਦੁਨੀਆ ਭਰ ਦੇ ਦੇਸ਼ਾਂ ਦੇ ਰਾਹ ਖੋਜਣ ਵਿੱਚ ਬੜਾ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਜਦੋਂ ਸਪੇਨ ਨੇ ਕੋਲੰਬਸ ਨਾਮੀ ਜਹਾਜ਼ ਨੇ ਅਮਰੀਕਾ ਨੂੰ ਸਮੁੰਦਰ ਰਾਹੀਂ ਲੱਭ ਲਿਆ, ਭਾਵੇਂ ਨਿਕਲਿਆ ਘਰੋਂ ਉਹ ਵੀ ਭਾਰਤ ਨੂੰ ਸਮੁੰਦਰ ਰਾਹੀਂ ਲੱਭਣ ਹੀ ਸੀ, ਪਰ ਪੁਰਤਗਾਲ ਦੇ ਬਾਦਸ਼ਾਹ ਐਮੂਨਲ ਪ੍ਰਥਮ ਨੇ ਝਟਾਪਟ ਸੰਨ 1497 ਵਿੱਚ ਚੌਹ ਛੋਟੇ-ਛੋਟੇ ਜਹਾਜ਼ਾਂ ਦਾ ਇੱਕ ਬੇੜਾ ਤਿਆਰ ਕਰਵਾਇਆ ਅਤੇ ਉਸ ਦੀ ਕਮਾਨ ਵਾਸਕੋ ਡੀ ਗਾਮਾ ਨੂੰ ਸੌਂਪੀ ਤਾਂ ਜੋ ਉਹ ਸਮੁੰਦਰ ਰਾਹੀਂ ਭਾਰਤ ਪਹੁੰਚਣ ਦਾ ਯਤਨ ਕਰੇ। 9 ਜੁਲਾਈ 1497 ਦੀ ਸਵੇਰ ਨੂੰ ਇਹਨਾਂ ਜਹਾਜ਼ੀਆਂ ਨੇ ਤਾਜੂ ਦਰਿਆ ਦੇ ਕੰਢੇ ਇਸ ਥਾਂ ਉੱਤੇ ਹੁਣ ਸੈਂਟ ਮਾਰੀਆ ਬਲਮ ਦਾ ਗਿਰਜਾ ਘਰ ਯਾਦਗਾਰ ਵਜੋਂ ਖੜਾ ਹੈ, ਜਿਸ ਦੇ ਦਰਸ਼ਨ ਇਹਨਾਂ 17 ਦੇ ਲਿਖਾਰੀ ਨੇ ਸੰਨ 1932 ਵਿੱਚ ਕੀਤੇ ਸਨ। 4 ਮਹੀਨੇ ਦੇ ਸਮੁੰਦਰੀ ਸਫ਼ਰ ਪਿੱਛੋਂ ਇਹ ਬੇੜਾ ਸੈਂਟ ਹਲਨਾ ਖਾੜੀ ਵਿੱਚ ਪੁੱਜ ਗਿਆ, ਜੋ ਕਿ ਦੱਖਣੀ ਅਫਰੀਕਾ ਦੇ ਕੰਢੇ ਉੱਤੇ ਹੈ ਅਤੇ ਇਉਂ ਇਹ ਬੇੜਾ ਸੁਖ ਸਾਧ ਨਾਲ ਅਫਰੀਕਾ ਦਾ ਚੱਕਰ ਕੱਟ ਕੇ ਉਸਦੇ ਪੂਰਬੀ ਕੰਢੇ ਦੀ ਮਲਿੰਦੀ ਨਾਮੀ ਬੰਦਰਗਾਹ ਉੱਤੇ ਪੁੱਜ ਗਿਆ। ਇਸ ਮਲਿੰਦੀ ਰਾਹੀਂ ਭਾਰਤੀ ਵਪਾਰੀਆਂ ਦਾ ਵਪਾਰ ਅਫਰੀਕਾ ਨਾਲ ਚਿਰਾਂ ਤੋਂ ਚੱਲ ਰਿਹਾ ਸੀ। ਇੱਥੇ ਮਲਿੰਦੀ ਬੰਦਰ ਉੱਤੇ ਹੀ ਵਾਸਕੋ ਡੀ ਗਾਮਾ ਦੇ ਬੇੜੇ ਨੂੰ ਇੱਕ ਭਾਰਤੀ ਜਹਾਜ਼ ਮਿਲ ਗਿਆ, ਜਿਸ ਦੇ ਪਿੱਛੇ
ਇਹ ਬੇੜਾ 20 ਮਈ 1498 ਵਾਲੇ ਦਿਨ ਕਾਲੀਕਟ ਭਾਰਤ ਦੇ ਪੱਛਮੀ ਘਾਟ ਉੱਤੇ ਆ ਪੁੱਜਾ। ਕਾਲੀਕਟ ਪ੍ਰਾਂਤ ਦਾ ਰਾਜਾ ਜ਼ਮੋਰਿਨਕੇ, ਜਿਸ ਦੀ ਉਪਾਧੀ ਸੀ, ਵਾਸਕੋ ਡੀ ਗਾਮਾ ਅਤੇ ਉਸਦੇ ਸਾਥੀਆਂ ਨੂੰ ਬੜਾ ਪ੍ਰਸੰਨਚਿਤ ਹੋ ਕੇ ਮਿਲਿਆ। ਜੋ ਮੁਸਲਮਾਨ ਅਰਬ ਵਪਾਰੀ ਜੋ ਕਿ ਉਹਨੇ ਦਿਨੀ ਕਾਲੀਕਟ ਵਿੱਚ ਸਥਿਤ ਸਨ, ਇਹਨਾਂ ਵਿਦੇਸ਼ੀ ਪੁਰਤਗਾਲੀਆਂ ਨਾਲ ਈਰਖਾ ਨਾ ਕਰਦੇ ਤਾਂ ਉਦੋਂ ਹੀ ਕਾਲੀਕਟ ਵਿੱਚ ਉਹਨਾਂ ਦਾ ਗੁਦਾਮ ਘਰ ਖੁੱਲ ਜਾਣਾ ਸੀ। ਪਰ ਵਾਸਕੋ ਡੀ ਗਾਮਾ ਨੂੰ ਇਸ ਗੱਲੋਂ ਨਿਰਾਸ਼ ਹੀ ਆਪਣੇ ਦੇਸ਼ ਵਾਪਸ ਪੁੱਜਣਾ ਪਿਆ, ਜਿੱਥੇ ਜਾ ਕੇ ਉਸਨੇ ਭਾਰਤ ਦੇ ਅਥਾਹ ਧਨ ਸੰਪਦਾ ਦੀਆਂ ਕਥਾ ਕਹਾਣੀਆਂ ਆਪਣੇ ਪਾਤਸ਼ਾਹ ਅਤੇ ਦੇਸ਼ ਵਾਸੀਆਂ ਨੂੰ ਸੁਣਾਈਆਂ। ਪਾਤਸ਼ਾਹ ਨੇ ਵਾਸਕੋ ਡੀ ਗਾਮਾ ਦਾ ਬੜਾ ਮਾਨ ਸਤਿਕਾਰ ਕੀਤਾ ਅਤੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਫਿਰ ਪੁਰਤਗਾਲੀ ਪਾਤਸ਼ਾਹ ਨੇ 11 ਜਹਾਜ਼ਾਂ ਦਾ ਇੱਕ ਹੋਰ ਬੇੜਾ ਝਟਪਟ ਤਿਆਰ ਕਰਵਾਇਆ ਅਤੇ ਇੱਕ ਹੋਰ ਪੁਰਤਗਾਲੀ ਪੇਦਰੋ ਅਲਵਾਰੋ ਕਬਰਾਲ ਦੀ ਕਮਾਨ ਹੇਠ ਭਾਰਤ ਵੱਲ ਭੇਜਿਆ, ਜਿਸ ਨੇ ਕਾਲੀਕਟ ਆ ਕੇ ਇੱਕ ਗੁਦਾਮ ਘਰ ਸਥਾਪਿਤ ਕਰ ਲਿਆ। ਪਰ ਅਰਬੀ ਮੁਸਲਮਾਨ ਤਾਜਰਾਂ ਦੀ ਚੁੱਕ ਵਿੱਚ ਆ ਕੇ ਕਾਲੀਕਟ ਵਾਸੀਆਂ ਨੇ ਇਸ ਗੁਦਾਮ ਘਰ ਨੂੰ ਸਾੜ ਦਿੱਤਾ ਅਤੇ ਪਿੱਛੇ ਰਹੇ ਪੁਰਤਗਾਲੀਆਂ ਨੂੰ ਕਤਲ ਕਰ ਦਿੱਤਾ। ਇਸ ਦੁਰਘਟਨਾ ਦਾ ਬਦਲਾ ਲੈਣ ਲਈ ਪੁਰਤਗਾਲ ਦੇ ਪਾਤਸ਼ਾਹ ਨੇ 10 ਜੰਗੀ ਜਹਾਜ਼ਾਂ ਦਾ ਇੱਕ ਹੋਰ ਬੇੜਾ ਤਿਆਰ ਕਰਵਾਇਆ, ਜਿਹੜਾ ਕਿ ਵਾਸਕੋ ਡੀ ਗਾਮਾ ਦੀ ਕਮਾਨ ਹੇਠਾਂ, ਜਿਸ ਨੂੰ ਕਿ ਉਸਦੇ ਪਾਤਸ਼ਾਹ ਨੇ ਭਾਰਤ ਦਾ ਐਡਮਿਰਲ ਦਾ ਖਿਤਾਬ ਦੇ ਦਿੱਤਾ, ਕਾਲੀਕਟ ਵੱਲ ਨੂੰ ਤੋਰਿਆ। ਸੰਨ 1502 ਵਿੱਚ ਇਸ ਨੇ ਕਾਲੀਕਟ ਪੁੱਜ ਕੇ ਸ਼ਹਿਰ ਉਤੇ ਗੋਲਾਬਾਰੀ ਆਰੰਭ ਕਰ ਦਿੱਤੀ ਅਤੇ ਸਾਰੇ ਸ਼ਹਿਰ ਨੂੰ ਢਾਹ ਢੇਰੀ ਕਰਕੇ ਸਭ ਨਗਰ ਵਾਸੀਆਂ ਦਾ ਕਤਲੇਆਮ ਕਰ ਸੁੱਟਿਆ ਅਤੇ ਹੋਰ ਵੀ ਅਕਹਿ ਉਪਦਰਵ ਲੋਕਾਂ ਉੱਤੇ ਉਸਨੇ ਕੀਤੇ। ਅਤੇ ਫਿਰ ਨਵੰਬਰ 1502 ਵਿੱਚ ਉਹ ਕੋਚੀਨ ਪੁੱਜਾ, ਪਰ ਰਾਹ ਵਿੱਚ ਸਮੁੰਦਰੀ ਕੰਢੇ ਤੇ ਲਾਗੇ ਚਾਗੇ ਜੋ ਕੁਝ ਵੀ ਉਸਦੇ ਹੱਥ ਆਇਆ ਉਸ ਨੂੰ ਤਬਾਹ ਕਰਦਾ ਚਲਾ ਗਿਆ। ਇਉਂ ਸਤੰਬਰ 1503 ਵਿੱਚ ਭਾਰਤੀ ਸੰਪਤੀ ਧਨ ਦੀ ਲੁੱਟ ਨਾਲ ਭਰੇ ਹੋਏ ਜਹਾਜ਼ ਲੈ ਕੇ ਉਹ ਆਪਣੇ ਦੇਸ਼ ਦੀ ਰਾਜਧਾਨੀ ਲਿਜ਼ਬੋਆ ਮੁੜ ਗਿਆ। ਇਸ ਤੋਂ ਪਿੱਛੋਂ ਵਾਸਕੋ ਡੀ ਗਾਮਾ ਆਪਣੇ ਘਰ ਅਵੋਰਾ ਚਲਾ ਗਿਆ ਤਾਂ ਜੋ ਉਹ ਉਸ ਨੂੰ ਬੇਅੰਤ ਧਨ ਨਾਲ ਮੌਜਾਂ ਮਾਣ ਸਕੇ, ਜੋ ਕਿ ਉਸਨੇ ਲੁੱਟ ਮਾਰ ਕਰਕੇ ਇਕੱਠਾ ਕੀਤਾ ਸੀ। ਸੰਨ 1500 ਵਿੱਚ ਉਸਨੇ ਇੱਕ ਉੱਚ ਘਰਾਣੇ ਵਿੱਚ ਵਿਆਹ ਕਰਾ ਲਿਆ, ਜਿਸ ਤੋਂ ਉਸਦੇ ਘਰ 6 ਪੁੱਤਰ ਜਨਮੇ। ਇਹੋ ਕਈ ਸਾਲ ਉਹ ਐਮਨੂਅਲ ਪ੍ਰੀਥਮ ਦਵਿਤੀਆ ਨੂੰ ਪੁਰਤਗਾਲ ਦੇ ਭਾਰਤ ਨਾਲ ਰਾਜ ਵਪਾਰ ਸੰਬੰਧਾਂ ਬਾਰੇ ਸਲਾਹ ਮਸ਼ਵਰਾ ਦਿੰਦਾ ਰਿਹਾ, ਜਦੋਂ ਕਿ ਪੁਰਤਗਾਲ ਦੇ ਨਵੇਂ ਬਾਦਸ਼ਾਹ ਜੌਨ ਤ੍ਰਿਤੀਆ ਨੇ ਉਸ ਨੂੰ ਹਿੰਦੁਸਤਾਨ ਦਾ ਵਾਇਸਰਾਏ ਨਿਯੁਕਤ ਕਰ ਦਿੱਤਾ ਅਤੇ ਇਉਂ ਸਤੰਬਰ 1524 ਵਿੱਚ ਉਹ ਮੁੜ ਭਾਰਤ ਪੁੱਜਾ। ਉਸੇ ਸਾਲ ਕ੍ਰਿਸਮਸ ਵਾਲੇ ਦਿਹਾੜੇ 25 ਦਸੰਬਰ 1524 ਨੂੰ ਵਾਸਕੋ ਡੀ ਗਾਮਾ ਜ਼ਵਰ ਰੋਗ ਨਾਲ ਕੋਚੀਨ ਵਿੱਚ ਮ੍ਰਿਤੂ ਹੋ ਗਿਆ। ਸੰਨ 1538 ਵਿੱਚ ਉਸਦੇ ਮ੍ਰਿਤੂ ਸਰੀਰ ਨੂੰ ਪੁਰਤਗਾਲ ਲੈ ਜਾਇਆ ਗਿਆ ਅਤੇ ਵਿਧੀ ਗੁਆਰਾ ਨਾਮੀ ਨਗਰ ਵਿੱਚ ਉਸਦੀ ਸਮਾਧ ਬਣਾਈ ਗਈ। ਸੰਨ 1880 ਵਿੱਚ ਉਸਦਾ ਮ੍ਰਿਤਕ ਸਰੀਰ ਸੰਤ ਮਾਰੀਆ ਬਲਮ ਦੇ ਉਸ ਗਿਰਜੇ ਵਿੱਚ ਪਹੁੰਚਾਇਆ ਗਿਆ, ਜੋ ਕਿ ਤਾਜੂ ਦਰਿਆ ਦੇ ਕੰਢੇ ਉੱਤੇ ਬਣਿਆ ਹੋਇਆ। ਇਹਨਾਂ ਸਤਰਾਂ ਦੇ ਲਿਖਾਰੀ ਨੇ ਆਪ ਦੇਖਿਆ ਹੈ। ਵਾਸਕੋ ਡੀ ਗਾਮਾ ਦੇ ਇਹਨਾਂ ਸਮੁੰਦਰੀ ਸਫ਼ਰਾਂ ਦਾ ਸਦਕਾ ਪੁਰਤਗਾਲ ਦੇਸ਼ ਇੱਕ ਵਿਸ਼ਵ ਸਥਲ ਦੇਸ਼ ਬਣ ਗਿਆ ਸੀ ਅਤੇ ਯੂਰਪੀ ਦੇਸ਼ਾਂ ਅਤੇ ਜਾਤੀਆਂ ਨੇ ਜੋ ਕਾਠੀ ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਉੱਤੇ 400 ਵਰੇ ਪਾਈ ਰੱਖੀ ਹੈ, ਉਸਦਾ ਕਾਰਨ ਵੀ ਵਾਸਕੋ ਡੀ ਗਾਮਾ ਦੇ ਇਹ ਸਮੁੰਦਰੀ ਕਾਰਨਾਮੇ ਹੀ ਹਨ। ਇਉਂ ਹੀ ਸਾਡੇ ਦੇਸ਼ ਦੇ ਆਧੁਨਿਕ ਕਾਲ ਦਾ ਆਰੰਭ ਹੋਇਆ, ਜਿਸ ਦਾ ਚਿੰਨ੍ਹ ਕੇ ਨਇਆ ਪੈਸਾ ਹੈ ਅਤੇ ਜਿਸ ਦੀ ਲਿਖਾਇਕ ਭਾਰਤੀ ਰਿਪਬਲਿਕ ਹੈ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਸੀਂ ਸੁਣ ਰਹੇ ਸੀ ਲੇਖਕ ਸਰਦਾਰ ਕਪੂਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ ਦਾ 20ਵਾਂ ਅਧਿਆਇ, ਜਿਸ ਦਾ ਨਾਮ ਸੀ ਨਇਆ ਪੈਸਾ। ਹੁਣ ਮੈਨੂੰ ਸੰਦੀਪ ਸਿੰਘ ਨੂੰ ਦਿਓ ਇਜਾਜ਼ਤ, ਜਲਦੀ ਹੀ ਲੈ ਕੇ ਆਵਾਂਗਾ ਇਸੀ ਕਿਤਾਬ ਦਾ ਅਖੀਰਲਾ ਅਧਿਆਇ, ਜਿਸ ਦਾ ਨਾਮ ਹੈ ਦ